ਤੇ ਹੁਣ ਆਪਾਂ ਸ਼ੁਰੂ ਕਰਾਂਗੇ ਜੀ ਉਰਦੂ ਦੀ ਕਲਾਸ ਜੀ। ਇੱਕ 24/2 ਦੇ ਵਿੱਚ ਪੜਾਇਆ ਕਿ ਹੌਲੀਡੇ 'ਚ ਅਸੀਂ ਕੰਮ ਕਰ ਸਕਦੇ ਹਾਂ। ਕੰਮ ਕਰ ਸਕਦੇ ਨਹੀਂ ਕਿਹਾ, ਕੰਮ ਕਰ ਸਕਦੇ ਨਹੀਂ ਕਿਹਾ, ਨਹੀਂ 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 ਕੰਮ ਕਰ ਸਕਦੇ ਨਹੀਂ ਕਿਹਾ, ਸਾਨੂੰ ਉੱਥੇ ਖੁੱਲੀ ਛੂਟ ਨਹੀਂ ਦਿੱਤੀ ਗਈ ਅਸੀਂ ਕੰਮ ਕਰ ਸਕਦੇ ਹਾਂ। ਉੱਥੇ ਇਹ ਹੈਗਾ ਵੀ ਜਿਹੜੀ ਹੌਲੀਡੇਜ਼ ਹੈ, ਜੇ ਸਾਡੇ ਤੋਂ ਉਸ ਹੌਲੀਡੇ 'ਚ ਕੋਈ ਕੰਮ ਹੋ ਗਿਆ that will be valid not invalid, ਠੀਕ ਹੈ। ਪਰ ਸਾਨੂੰ ਖੁੱਲੀ ਛੂਟ ਨਹੀਂ ਯਾਰ ਮੇ ਵੀ ਸਭ ਯਾਰ ਕਿ ਸੇਲ ਜਿਹੜੀ ਆ ਉਹ ਫਿਰ ਸੰਡੇ ਨੂੰ ਜਾਂ ਹੌਲੀਡੇ ਨੂੰ ਨਹੀਂ ਕਰਦੇ। देयर मे बी सम रीजंस, कोई कारण हो सकता है भी जिसके कारण सानू जान उत्थे फ्लड आ गया, मान लो उत्थे ਆਪਾਂ ਇਹ ਥੋੜਾ ਦੇਖਾਂਗੇ ਵੀ ਸੰਡੇ ਹੈ ਜਾਂ ਸੈਟਰਡੇ ਹੈ ਤੇ ਰਾਤ ਦੇ 12 ਵਜੇ ਸਾਨੂੰ ਕੋਈ ਐਸੀ ਘਟਨਾ ਵਾਪਰ ਗਈ, ਅਸੀਂ ਤੇ 24 ਘੰਟੇ ਦੇ ਮੁਲਾਜ਼ਮਾਂ ਸਾਨੂੰ ਤਾਂ ਉਸੇ ਵੇਲੇ ਜਾਣਾ ਪਏਗਾ। ਉੱਥੇ ਦੂਜੀ ਵਿਅਕਤੀ ਜੇ ਕਿ ਕਹੇ ਜਾ ਕੇ ਕਹੇਗਾ ਵੀ ਤੁਸੀਂ ਸੰਡੇ ਸੀ ਤੁਸੀਂ ਕੀ ਕਰਨ ਗਏ ਸੀਗੇ, ਸੈਟਰਡੇ ਸੀ ਤੁਸੀਂ ਕੀ ਕਰਨ ਗਏ ਸੀਗੇ। देयर मे बी सम रीजंस ਵੀ ਸਾਨੂੰ ਕੋਈ ਜਾ ਕੇ ਕੋਈ ਕੰਮ ਕਰਨਾ ਪੈ ਗਿਆ, ठीक है। जस्टिफिकेशन होनी चाहिए है, वर्कलोड की जस्टिफिकेशन होनी चाहिए है। साढ़े को 2 हल्के ने सी, ਅਸੀਂ ਤਾਂ ਗਏ ਸੀ, ਮੇਰੇ ਕੋਲ ਵਰਕਲੋਡ ਜ਼ਿਆਦਾ ਸੀ, ਮੇਰੇ ਕੋਲ 20 ਐਪਲੀਕੇਸ਼ਨਾਂ ਪਈਆਂ ਸੀ, ਮੈਂ ਡਿਸਪੋਜ਼ ਆਫ ਕਰਨੀਆਂ ਸੀਗੀਆਂ, ਠੀਕ ਹੈ। ਮਤਲਬ ਕਿ ਸਾਨੂੰ ਹਾਂਜੀ ਹਾਂਜੀ ਇੱਕ ਸਰ ਸੀਗਾ ਕਿ ਜਿਸ ਵੇਲੇ ਹਾਈਐਸਟ ਬਿਡ ਨੂੰ ਅਸੀਂ ਕਰ ਦਿੱਤਾ ਰੈਵਨਿਊ ਅਥਾਰਟੀ ਨੇ ਜੀ ਬੋਲੀ ਇਹਦੇ ਫਿਰ ਕਰ ਦਿੱਤੀ ਫਾਈਨਲ, ਠੀਕ ਹੈ ਜੀ। ਤਾਂ ਜੇ ਉਹ 25% ਦੇ ਦਿੰਦਾ, ਸਭ ਕੁਝ ਦੇ ਦਿੰਦਾ, ਉਸ ਤੋਂ ਬਾਅਦ ਉਹ ਵਿਦਡਰਾ ਆ ਜਾਂਦਾ ਵੀ ਨਹੀਂ ਜੀ ਮੈਂ ਨਹੀਂ ਲੈ ਸਕਦਾ, ਉਹਨੂੰ ਸਾਰੇ ਜਿੰਨੇ ਬੋਲੀ ਦੇ ਖਰਚੇ ਅਸੀਂ ਪਾ ਦਿੰਦੇ ਹਾਂ। ਉਹਦੀ 25 ਉਹਦੀ ਸਰ ਇੱਕ ਮਿੰਟ ਜੀ ਕੁਐਸਚਨ ਬੋਲੋ ਮੇਰਾ। ਤਾਂ ਫਿਰ ਉਸ ਤੋਂ ਬਾਅਦ ਜੇ ਸਾਡੀ ਹਾਇਰ ਅਥਾਰਟੀ ਉਹਨੂੰ ਸਾਡੇ ਕਿਤੇ ਨੂੰ ਸਾਰਾ ਸੈਟੀਸਫਾਈਡ ਕਰ ਦਿੰਦੀ ਆ ਤਾਂ ਕੀ ਜਿਹੜਾ ਹਾਈਐਸਟ ਬਿਡ ਹੈ ਕੋਰਟ ਜਾ ਸਕਦਾ ਜੀ। ਜੇ ਇਹ ਚੀਜ਼ ਇਦਾਂ ਬਣੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲਣਾ ਚਾਹੀਦਾ ਖਰਚੇ, ਤੇ ਮੇਰਾ ਕਿਉਂ ਕਲੇਮ ਕਿਉਂ ਬੰਦ ਕਰ ਦੇ ਜੀ। ਇਹ ਕੁਐਸਚਨ ਕਲੀਅਰ ਨਹੀਂ ਹੋਇਆ ਮੈਨੂੰ ਤੁਹਾਡਾ ਦੱਸਣ ਕੀ ਹੈ। ਦੇਖੋ ਇਹਦੇ ਚ ਇਹ ਹੈਗਾ ਵੀ ਇਹਦੇ ਵਿੱਚ ਜਿਹੜਾ ਹਾਈਐਸਟ ਬਿਡਰ ਹੈ ਜੋ ਵਿਡਰੋ ਕਰਦਾ ਹੈ ਆਪਦੇ ਪਾਰਟ ਦੇ ਵਿੱਚ ਵਿਡਰੋ ਕਰ ਰਿਹਾ ਹੈ, ਇਸ ਕਰਕੇ ਜਿਹੜੀ ਉਹਦੀ 25% ਜਿਹੜੀ ਅਮਾਉਂਟ ਹੈ ਉਹ ਹੋ ਜਾਏਗੀ, ਫੋਰਫਿਟ ਹੋ ਜਾਏਗੀ, ਸਰਕਾਰ ਦੇ ਖਾਤੇ ਜਮ੍ਹਾਂ ਹੋ ਜਾਏਗੀ, ਠੀਕ ਹੈ। ਜੇ ਸਰਕਾਰ ਦਾ ਕੋਈ ਕਾਰਨ ਹੈ, ਸਰਕਾਰ ਦੇ ਪੱਧਰ ਤੇ ਜਿਹੜੀ ਉਹਦੀ ਬੋਲੀ ਹੈ ਆਪਸ਼ਨ ਹੈ ਜਿਹੜੀ ਉਹ ਕਮਿਸ਼ਨਰ ਵੱਲੋਂ ਮਤਲਬ ਕਿ ਕਨਫਰਮ ਨਹੀਂ ਕੀਤੀ ਜਾਂਦੀ ਤਾਂ ਹਾਈਐਸਟ ਬਿਡਰ ਦਾ ਕੋਈ ਦੋਸ਼ ਨਹੀਂ ਹੈ, ਫਿਰ ਤਾਂ ਉਹਦੀ 25% ਅਮਾਉਂਟ ਵਾਪਸ ਕਰਨੀ ਪਏਗੀ। ਮੈਂ ਪੂਰੇ ਕੀਤੇ ਆ ਤਾਂ ਮੈਨੂੰ ਇਹ ਕਿਉਂ ਕੋਰਟ ਜਾਣ ਦਾ, ਸਿਵਲ ਕੋਰਟ ਜਾਣ ਦਾ ਅਧਿਕਾਰ ਸਭ ਕੋਲ ਹੈ, ਕੋਈ ਵੀ ਜਾ ਸਕਦਾ ਹੈ, ਕਿਸੇ ਵੀ ਸਟੇਜ ਤੇ ਜਾ ਸਕਦਾ ਹੈ, ਉਹ ਤਾਂ ਆਪਾਂ ਨਹੀਂ ਰੋਕ ਸਕਦੇ ਉਸ ਨੂੰ। ਹਾਂ ਠੀਕ ਹੈ। ਜਿੱਦਾਂ ਜਿਹੜੇ ਡੈਲੀਗੇਸ਼ਨ ਹੈ ਜਾਂ ਪਾਵਰਸ ਰੈਵਨਿਊ ਅਥਾਰਟੀ ਦੀਆਂ ਕਾਨੂੰਨ ਨੂੰ ਦਿੱਤੀਆਂ ਆ ਕਿ ਜਿਹੜੇ ਡਿਮਾਰਕੇਸ਼ਨ ਅਸਿਸਟੈਂਟ ਕਲੈਕਟਰ ਕਰਦਾ ਕਿ ਇਹ ਜਾ ਕੇ ਮੌਕੇ ਤੇ ਕਰਕੇ ਆਓ, ਪਰ ਉਹਦੇ ਉੱਤੇ ਜਿਸ ਵੇਲੇ ਸਾਡੀ ਰਿਪੋਰਟ ਹੋ ਜਾਂਦੀ ਆ ਸੀਆਰਓ ਵੱਲੋਂ ਜਾਂ ਰੈਵਨਿਊ ਅਥਾਰਟੀ ਵੱਲੋਂ ਇਹ ਲਿਖਿਆ ਜਾਂਦਾ ਕਿ ਪ੍ਰਵਾਨ ਹੈ ਜੀ। ਅੱਜ ਜਿਸ ਵੇਲੇ ਸਿਵਲ ਕੋਰਟ ਦੇ ਵਿੱਚ ਗਵਾਹੀ ਹੁੰਦੀ ਫਿਰ ਕਾਨੂੰਨ ਦੀ ਕਿਉਂ ਹੁੰਦੀ ਹੈ, ਸੀਆਰਓ ਦੀ ਕਿਉਂ ਨਹੀਂ ਹੁੰਦੀ? ਇਹ ਕਿਉਂਕਿ ਪ੍ਰੈਕਟੀਕਲ ਨੌਲੇਜ ਸਾਰੀ ਜ਼ਿਆਦਾ ਕਾਨੂੰਨ ਨੂੰ ਹੁੰਦੀ ਹੈ, ਕਾਨੂੰਨ ਜਾ ਕੇ ਫਿਜ਼ੀਕਲੀ ਮੌਕੇ ਤੇ ਕੀਤਾ ਹੁੰਦਾ ਹੈ, ਇਸ ਕਰਕੇ ਰੈਵਨਿਊ ਜਿਹੜੀ ਸਿਵਲ ਕੋਰਟ ਹੈਗੀ ਆ ਉਹ ਕਾਨੂੰਨ ਨੂੰ ਵੀ ਬੁਲਾ ਸਕਦੀ ਹੈ, ਰੈਵਨਿਊ ਅਫਸਰ ਵੀ ਬੁਲਾ ਸਕਦੀ ਹੈ, ਇਹ ਕੋਈ ਬੌਂਡ ਨਹੀਂ ਹੈਗਾ। ਕਿਉਂਕਿ ਪ੍ਰੈਕਟੀਕਲ ਨੌਲੇਜ ਜਿਹੜੀ ਕੀਤੀ ਜਾਂਦੀ ਹੈ ਉਹ ਕਾਨੂੰਨ ਕੋ ਹਲਕਾ ਵੱਲੋਂ ਕੀਤੀ ਹੈ, ਬੈਟਰ ਨੋਨ ਕਾਨੂੰਨ ਕੋ ਇਹਨੇ ਮੌਕੇ ਤੇ ਜਾ ਕੇ ਨਿਸ਼ਾਨਦੇਹੀ ਕੀਤੀ ਹੈ, ਠੀਕ ਹੈ। ਅੰਡਰ ਦਾ ਡਾਇਰੈਕਸ਼ਨਸ ਅੰਦਰ ਸੁਪਰਵਿਜ਼ਨ ਕੀਤੀ ਹੁੰਦੀ ਹੈ ਤਹਿਸੀਲਦਾਰ ਦੇ, ਤਹਿਸੀਲਦਾਰ ਮੌਕੇ ਤੇ ਨਹੀਂ ਗਿਆ ਹੁੰਦਾ, ਤਹਿਸੀਲਦਾਰ ਨੇ ਤੁਹਾਡੇ ਕੀਤੇ ਹੋਏ ਕੰਮ ਨੂੰ ਕਨਫਰਮ ਕੀਤਾ ਹੁੰਦਾ, ਜਿਵੇਂ ਕਿ ਬੋਲੀ ਕੀਤੀ ਇਹਨੂੰ ਜਾ ਕੇ ਐਫਸੀ ਕਮਿਸ਼ਨਰ ਕਨਫਰਮ ਕਰਦਾ ਨਾ ਜੀ, ਏਦਾਂ ਹੀ ਤੁਹਾਡੀ ਕੀਤੀ ਇਹਨੂੰ ਕਨਫਰਮ ਵੀ ਕਰ ਸਕਦਾ। ਜੇ ਕੋਈ ਅਰਜੀ ਪਾਰਟੀ ਇੱਥੇ ਆ ਕੇ ਮੈਂ ਕਲੀਅਰ ਕਰ ਦਵਾਂ, ਜੇ ਕੋਈ ਡਿਮਾਰਕੇਸ਼ਨ ਦੇ ਤੁਹਾਡੀ ਕੀਤੀ ਹੋਈ ਡਿਮਾਰਕੇਸ਼ਨ ਦੇ ਸੰਬੰਧ ਵਿੱਚ ਜੇ ਕੋਈ ਵਿਅਕਤੀ ਕੋਈ ਕੰਸਰਨ ਪਾਰਟੀ ਆ ਕੇ ਐਪਲੀਕੇਸ਼ਨ ਦਿੰਦੀ ਹੈ ਤਾਂ ਤੁਹਾਡੀ ਉਹ ਕੀਤੀ ਹੋਈ ਡਿਮਾਰਕੇਸ਼ਨ ਨੂੰ ਰੈਵਨਿਊ ਆਫਿਸਰ ਮਤਲਬ ਕਿ ਫਰਦਰ ਕੰਸੀਡਰ ਕਰ ਸਕਦਾ, ਪਾਰਟੀ ਨੂੰ ਸੁਣ ਕੇ ਉਸ ਨੂੰ ਰੱਦ ਵੀ ਕਰ ਸਕਦਾ, ਉਸ ਨੂੰ ਕਨਫਰਮ ਵੀ ਕਰ ਸਕਦਾ। ਹਾਂਜੀ ਪ੍ਰਮਾਣ ਹੈ ਲਿਖ ਦੇਣਾ ਜੀ ਲਾਸਟ। ਹਾਂ ਜੋ ਪ੍ਰਮਾਣ ਹੈ ਲਿਖਤਾ ਤਾਂ ਕਨਫਰਮ ਹੈ, ਪ੍ਰਮਾਣ ਲਿਖਤੀ ਕਨਫਰਮ ਹੈ, ਪਰ ਇੱਥੇ ਮਤਲਬ ਕਿ ਰੱਦ ਵੀ ਕੀਤੀ ਜਾ ਸਕਦੀ ਹੈ, ਮੋਡੀਫਾਈ ਵੀ ਕੀਤੀ ਜਾ ਸਕਦੀ ਹੈ, ਮੌਕੇ ਤੇ ਜਾ ਕੇ ਦੁਬਾਰਾ ਵੀ ਮੌਕਾ ਰੱਖਿਆ ਜਾ ਸਕਦਾ ਹੈ, ਮਤਲਬ ਕਿ ਇਹਦੀ ਅਪੀਲੇਬਲ ਆਰਡਰ ਹੈ, ਇਹ ਅਪੀਲੇਬਲ, ਠੀਕ ਹੈ। ਫਰਦਰ ਤਹਿਸੀਲਦਾਰ ਨੇ ਕਰਤੀ, ਤਹਿਸੀਲਦਾਰ ਨੇ ਕਨਫਰਮ ਕਰਤੀ, ਫਰਦਰ ਉਹਦੀ ਅਪੀਲ ਵੀ ਹੋ ਸਕਦੀ ਹੈ। ਜੀ 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 ਨੈਕਸਟ ਆਓ ਜੀ, ਹੁਣ ਆਪਾਂ ਅੱਗੇ ਵਧੀਏ। ਸਰ ਤੁਸੀਂ ਉਰਦੂ ਦੀ ਕਲਾਸ ਪੜ੍ਹਾਉਣ ਲੱਗੇ ਸਰ? ਹਾਂਜੀ ਹਾਂ ਉਰਦੂ ਪੜ੍ਹਾਉਣ ਲੱਗਿਆ ਜੀ। ਤੁਹਾਨੂੰ ਕੋਈ ਬੋਲ ਸਕਦਾ ਸੀ ਪਲੀਜ਼? ਹਾਂਜੀ ਮੈਂ ਕਿਹਾ ਇੱਕ ਕੁਐਸਚਨ
क्वेश्चन पूछे जरा थोड़ा छोटा जाएगी। ਜੇ ਆਪਾਂ ਬਾਅਦ ਚ ਕਰੀਏ ਜ਼ਿਆਦਾ ਬੈਟਰ ਹੋਏਗਾ, ਟਾਈਮ ਕਾਫੀ ਹੋ ਗਿਆ ਸਰ ਇਸ ਤਰ੍ਹਾਂ ਵੀ ਜਿਹੜਾ ਤੁਸੀਂ ਲੈਕਚਰ ਦਿੱਤਾ ਜੀ ਜੀ, ਉਹ ਤੁਸੀਂ YouTube ਤੇ ਪਾ ਦਿੰਦੇ ਜੀ। ਪਾ ਦਿੰਦੇ ਆ। ਪਰ YouTube ਤੇ ਪਾ ਕੇ ਮਤਲਬ ਮੇਰੇ 20 ਦੋਸਤਾਂ ਨੇ ਉਹ ਕਹਿੰਦੇ ਲੈਕਚਰ ਸੁਣੋ ਤਾਂ ਫ੍ਰੀ ਦੇ ਦੇਣਗੇ। ਇਹ ਸਾਰੇ ਨਹੀਂ ਪੈਂਦੇ ਹੈਗੇ, ਇਹ ਤੁਹਾਡੇ ਆਨਲਾਈਨ ਦੇ ਪਾਣੇ ਆ। ਇਹ ਕੁਝ ਟਾਈਮ ਦੇ ਇਹ ਜਿਹੜਾ ਹੈਗਾ ਰਾਈਟ ਸਾਡੇ ਕੋਲ ਰਿਜ਼ਰਵਡ ਹੈਗਾ, ਅਸੀਂ ਹੁਣ ਜੇ ਅੱਜ ਚਾਹੀਏ ਤਾਂ ਅੱਜ ਵੀ ਖਤਮ ਕਰ ਦਿੰਦੇ ਆ। ਇਹ ਪ੍ਰਾਈਵੇਟ YouTube ਤੇ ਪਿਆ ਹੋਇਆ, ਇਹਨੂੰ ਲੈਕਚਰ ਨੂੰ ਜਦੋਂ ਚਾਹਾਂਗੇ ਅਸੀਂ ਉਸੇ ਵੇਲੇ ਕਲਿੱਕ ਕਰਕੇ ਇਹ ਦੁਬਾਰਾ ਨਹੀਂ ਕੋਈ ਸੁਣ ਪਾਏਗਾ। ਇਹ ਸਿਰਫ ਤੁਹਾਡੀ ਆਨਲਾਈਨ ਤੇ ਪਾਵਾਂਗੇ। ਹੈ ਜੀ, ਇਸ ਤਰ੍ਹਾਂ ਨਹੀਂ ਚਾਹੀਦਾ ਸਾਰੇ ਇੰਡੀਵਿਜੂਅਲ ਪਾ ਜਾ ਜਿਹੜੇ ਗਰੁੱਪ ਦੇ ਉਹਨਾਂ ਨੂੰ ਸ਼ੇਅਰ ਹੋਣਾ ਸਭ ਕੁਝ। ठीक है, ओके। ये लिमिटेड टाइम के लिए है, 1-2 दिन के लिए ਹੁੰਦਾ ਰੱਖਿਆ ਗਿਆ ਤੇ ਅਸੀਂ ਇਹ ਆਨਲਾਈਨ ਹੀ ਪਾਵਾਂਗੇ। ਸਿਰਫ ਤੁਹਾਡੀ ਕਲਾਸ ਦੇ ਵਿੱਚ ਜਿਹੜੇ ਮੇਰਾ ਕਲਾਸ ਲੈਕਚਰ ਅਟੈਂਡ ਕਰ ਰਹੇ ਨੇ, ਇਹ ਸਿਰਫ ਉਹਨਾਂ ਨੂੰ ਹੀ ਪਾਇਆ ਜਾਏਗਾ। ਜੇ YouTube ਤੇ ਹੈਗਾ ਉਹ ਪਰਸਨਲ ਪ੍ਰਾਈਵੇਟ ਹੁੰਦੀ ਹੈ, YouTube ਤੇ ਪ੍ਰਾਈਵੇਟ ਹੁੰਦਾ ਹੈ। ਪ੍ਰਾਈਵੇਟ ਰਾਈਟ ਸਾਡੇ ਕੋਲ ਹੈਗੇ ਨੇ, ਉਹ ਇਹ ਨਹੀਂਗਾ ਵੀ ਜਦੋਂ ਤੱਕ ਮਰਜ਼ੀ ਕੋਈ ਸੁਣੀ ਜਾਵੇ, ਅਸੀਂ ਉਹਨੂੰ ਜਦੋਂ ਚਾਹੇ ਉਸ ਨੂੰ ਪ੍ਰਾਈਵੇਟ ਰੱਖੀ ਵੀ ਵੀਡੀਓ ਹੈਗੀ ਹੈ, ਜਦੋਂ ਚਾਹੀਏ ਅਸੀਂ ਇਸ ਨੂੰ ਕਲਿੱਕ ਕਰਕੇ ਬੰਦ ਕਰ ਸਕਦੇ ਹਾਂ। ਇਹ ਫॉर द टाइमिंग फॉर द पर्पज ऑफ भी कोई साथी होर जुड़ना चाहता है तो वो देख सकता भी हाँ भी पढ़ाई किदां दी हो रही है किदां दी नहीं हो रही, इस करके ये तां पाया जाता फॉर द टाइमिंग टेम्परेरी तौर पे। हाँ, कल आप वॉ दी बारे पढ़िया सी, वॉ अज असीं पढ़ांगे ਅੱਖਰ ਕਿਵੇਂ ਜੋੜਦੇ ਆ ਜੀ, ਜੋੜਨ ਦੇ ਰੂਪ ਕਿਵੇਂ ਹੁੰਦੇ ਆ, ਅੱਖਰ ਜੁੜਦੇ ਕਿਵੇਂ ਨੇ। ਤੁਹਾਡੀ ਸਕਰੀਨ ਤੇ ਆ ਗਈ ਜੀ, ਤੁਹਾਡੀ ਮੋਬਾਈਲ ਤੇ ਸਕਰੀਨ ਆ ਗਈ ਹੈ ਸਾਰਿਆਂ ਤੇ? आगे सर आ गई जी। ये 12 तारीख है, 13। ये अखर है जी, ਤੋਏ। ਤੋਏ ਨੂੰ ਆਪਾਂ ਕਿਵੇਂ ਪਾਉਂਦੇ ਆ, ਤੋਏ ਲਿਖਿਆ ਜਾਂਦਾ ਜੀ, ਤੋਏ। ਠੀਕ ਹੈ ਜੀ। ਫਰਦਰ ਇਸ ਤੋਏ ਨੂੰ ਅਸੀਂ ਕਿਵੇਂ ਯੂਜ਼ ਕਰਦੇ ਆ, ਫਰਦਰ ਮੰਨ ਲਓ ਅਸੀਂ ਕਤਰਾ ਲਿਖਣਾ ਹੈ, देखो बाकी देखो जी, बाकी ने मोबाइल की स्क्रीन आ रही है। एक मिनट दोबारा चेक करना जी, 1 मिनट। दोबारा पाओ एक बारी, देखो जी केड़े बंदे आ रही है। चेक करो जी, चेक करो, आ गई स्क्रीन, आ रही है, ओके ठीक है।
देखो जी ਅਸੀਂ ਸਪੋਜ਼ ਕਤਰਾ ਲਿਖਣਾ ਹੈ ਕਤਰਾ ਕਤਰਾ ਆਪਾਂ ਆਪਾਂ ਪਹਿਲਾਂ ਪੰਜਾਬੀ ਲਿਖ ਲਈਏ ਫਿਰ ਬਾਅਦ ਚ ਲਿਖਣ ਲੈ ਇਕੱਠੇ ਵਰਡ ਅਸੀਂ ਤਾਕ ਲਿਖਣਾ ਚਾਹਾਂਗੇ ਤਾਕ फिर ਅਸੀਂ ਲਿਖਣਾ ਚਾਹਾਂਗੇ ਤਾਹਿਰ ਤਾਹਿਰ फिर ਅਸੀਂ ਲਿਖਣਾ ਚਾਹਾਂਗੇ मतलब मतलब देखो जी ਅਸੀਂ ਕਿਤਨਾ ਕਿਵੇਂ ਲਿਖਾਂਗੇ ਕਤਾ ਲਿਖਦੇ ਹੀ ਪਹਿਲਾਂ ਅਸੀਂ ਪਾਵਾਂਗੇ ਕਾਫ काफ एक पैगा जी काफ ये पैगा तोए ये पैगा रे काफ आ जो तोए सीगा ये साडा इत्थे ए आ गया तोए आ गया काफ तोए रे ते नाल असीं पावांगे हे ये बन गया जी कतरा ठीक है जी अगे असीं पाना चाहांगे ताक ताक तोए पावांगे ये नाल ही अल्फ पाता जी असीं तोए पाया तोए दे नाल अल्फ पै गया ताक अगे पाप पाता जी असीं ये बन गया ताक फिर पावांगे असीं ताहिर तोए पाके ये नाल अल्फ पै गया जी ता हिर ये हे पै गया ये नाल रे पै गया ये हे बन गया इत्थे नाल सिहारी पै गई ता ताहिर ताहिर ठीक है जी अगे असीं लिखांगे मतलब मतलब मीम मीम दे नाल ही तोए तोए दे नाल ही अगे असीं लाम पा दांगे लाम दे नाल ही फिर असीं बे पा दांगे देखो मीम तोए लाम बे ये बन गया जी मतलब नेक्स्ट असीं लिखना चाहांगे नजर नजर फिर इसी लिखना चाहांगे जहर जहर जज्जा ते पैर च बिंदी हा रा जहर फिर लिखांगे मंजूर 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 फिर इसी लिखना चाहेंगे जाहिर जाहिर देखो जी नजर नजर से यूज करेंगे नून नून ये देखो जी ये नून पै गया ये तोए की थां ते हुण असीं पावांगे जोए एक नुक्ता लग गया इत्थे तोए पांदे सी एक नुक्ता लग गया जोए बन गया नजर ठीक है जी फिर असीं पाना सी जहर ये जोए पै गया जी ये जोए पै गया ये साडा हे पै गया ये रे पै गया जहर बन गया अगे असीं लिखांगे मंजूर मंजूर की है जी देखो पहला असीं मीम पावांगे मीम इत्थे नून पै गया अगे नाल ही जोए पै गया फिर जोए दे नाल ही असीं इत्थे बौ पा के इत्थे रे पा दांगे ये मीम ये नून ये जोए
ਇਹ ਬੌ ਪੈ ਗਿਆ, ਬੌ ਦੇ ਨਾਲ ਹੀ ਇੱਥੇ ਅਸੀਂ ਰੇ ਪਾ ਕੇ ਮਨਜੂਰ, ਮਮਾ ਨੰਨਾ ਮਨ ਜ਼ੂਰ। ਠੀਕ ਹੈ ਜੀ। ਅੱਗੇ ਜ਼ਾਹਿਰ ਪਾਵਾਂਗੇ ਅਸੀਂ ਜੋਏ ਪਾਵਾਂਗੇ ਜੀ। ਜੋਏ ਦੇ ਨਾਲ ਹੀ ਅਸੀਂ ਅਲਫ ਲਾ ਦਾਂਗੇ, ਜੋਏ ਜ਼ਾਹਿਰ। ਇਹ ਹਾ, ਇਹਨੂੰ ਸਿਹਾਰੀ ਵੀ ਲਾ ਦਾਂਗੇ ਨਾਲ ਅਸੀਂ, ਜੇਰ ਪੈ ਗਈ, ਜੇਰ ਦੇ ਨਾਲ ਇਹ ਸਿਹਾਰੀ ਬਣ ਗਈ, ਇਹ ਹੇ ਪੈ ਗਿਆ, ਇਹ ਰੇ ਪੈ ਗਈ। ਜੋਏ, ਜੋਏ ਦੇ ਨਾਲ ਅਲਫ, ਜਾ, ਹੇ, हे ਦੇ ਨਾਲ ਰੇ, ਇਹ ਜਬਰ ਜੇਰ ਪੈ ਗਈ, ਜ਼ਾਹਿਰ। फिर ਅਸੀਂ लिखना चाहांगे आलिम, आलिम। फिर इसे लिखेंगे असर, फिर इसे लिखेंगे जी मना, मना, मना। सैयद, देखो जी आलम किवें है देखांगे। आलम च असीं आ एन पावांगे, एन, एन नूं कन्ना, यानी कि एन, एन नूं अलफ, आ लिम। ये लाम पै गई जी, लाम दे नाल ही मीम पै गई, इनू पै गई सिहारी। देखो एन दा आ, अलफ, एन, अलफ, आ, लाम, सिहारी, मीम, लिम, आ लिम। क्लियर है जी बिल्कुल। आगे इसे लिखेंगे असर, एन, एन, स्वाद, रे। एक स्वाद होंदा है जी, एक जवाद होंदा है। एन, स्वाद, रे, असर। अगे लिखा इसी मना, मना किया है। मीम, इत्थे नाल ही नून, इहदे नाल ही असीं इत्थे एन पा दांगे जी। ये मीम, ये नून, ये एन, एन, ये बन गया मना। ठीक है जी। अगे पाना है जी सैयद, ये सीन, सीन, सीन दे नाल ही असीं इत्थे एन पा दांगे, एन दे नाल ही फिर असीं ये पावांगे, ये पा दांगे, ये पा के नाल ही असीं इत्थे दाल पा दांगे। ये जिहड़ी ये है जी, जे नूं असीं एन दर्शाने हुंदे आ, सीन, एन, सीन, एन, ये, दे, दाल। ये बन गया जी सैयद। एक्सप्लेन करियो माड़ा जा, एन तो फिर ई दी आवाज किदां निकली, ਇਹਦੇ ਨਾਲ ਖੇ ਲਾਣੀ ਅਸੀਂ ਕੀ ਲਾਵਾਂਗੇ? नहीं, ये आड़े की साउंड दिंदी है, एन ते गैन, गैन गग्गे की आवाज दे दिंदी है। जिथे हल्की आवाज आती है ना, हल्की, उत्थे असीं एन यूज करते हैं। मैं तो हुण अल्फों दे आड़े लई, ठीक है, पर जिथे हल्की जी आवाज आती है, गोल जी आवाज जिहनूं कह लईए आपां, उत्थे असीं एन यूज करते हैं। जिवें देखो आलिम, आलिम, मैं तो हुण जे असीं आ लिखना होवे तां आड़े नूं किंदा लिखांगे असीं आ। पर जिथे वर्ड गोल हो जाने नाल अगला वर्ड भी देखा जाता है, ध्यान च भी असीं इत्थे किहड़ा वर्ड यूज करांगे। जो जो रिपीट करोगे, जो 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 है जी, जिथे हल्की आवाज आवे, हाँ हाँ, जिथे हल्की आवाज आवे ते
हाँ बिल्कुल अगला अक्षर ला के ਉਹਨੂੰ ਉਹ ਆਵਾਜ਼ ਘਟ ਜਾਂਦੀ ਹੈ ਜਦੋਂ ਤਾਂ ਅਸੀਂ ਜਿਵੇਂ ਉਹ ਆਲਿਮ ਹੈ ਆਲਿਮ ਅਗਲਾ ਅਕਸ਼ਰ ਜੇ ਉਹ ਅਸੀਂ ਆਲਿਮ ਬੋਲਿਆ ਤਾਂ ਜਿਹੜੀ ਆੜੇ ਦੀ ਆਵਾਜ਼ ਆ ਉਹ ਜ਼ਿਆਦਾ ਜ਼ੋਰ ਨਹੀਂ ਪੈਂਦਾ ਤਾਂ ਉਦੋਂ ਐਨ ਲੱਗ ਜਾਂਦਾ ਹੈ। ਸਹੀ ਹੈ। ਤੋਂ ਬਾਅਦ ਅਸੀਂ ਲਿਖਾਂਗੇ ਗੈਰਤ। ਗੈਰਤ ਗੈਰਤ ਤੋਂ ਬਾਅਦ ਅਸੀਂ ਲਿਖ ਕੇ ਦਿਖਾਂਗੇ ਗੁਲ। ਗੁਲ ਦੇ ਨਾਲ ਅਸੀਂ ਲਿਖ ਕੇ ਦਿਖਾਂਗੇ ਬਾਲਿਗ। फिर ਅਸੀਂ ਲਿਖਾਂਗੇ ਬਾਲਿਗ ਤੋਂ ਬਾਅਦ ਮਗਰਿਬ। मगरिब गैरत देखो जी गैरत किमें लिखी है गैन ये गैन है जी गैन ए रे गैन ये पै गया थे ये बहुत यूज होता है ये वाला वर्ड ये है दो जिते दो बिंदियां पै गई तुम इहनूं ये समझना ये है ठीक है जी। गैरत अगे ते पै गया गुल पाना जी गुल ये गैन पै गया ये लाम पै गया हुण आपां इहनूं औंकड़ भी पाना है ठीक है जी। इत्थे पेश पै गई गुल बन गया ठीक है जी। बालिग पाना है बे नूं करना बा लिख हुण इत्थे देखो इकट्ठा जिहा फिर उही गोल आ गया एन गैन वाली गल आ गई इत्थे ਇਹਦੇ ਵਿੱਚ ਐਨ ਤੇ ਗੈਨ ਨੂੰ ਯੂਜ਼ ਕਰਕੇ ਦਿਖਾਇਆ ਗਿਆ ਜ਼ਿਆਦਾਤਰ। ਇਹ ਲਾਮ ਦੇ ਨਾਲ ਹੀ ਗੈਨ देखो ये लाम है लम्मी करके दिखाई गई इसे करके लाम के नाल ही गैन है गैन इत्थे आ गया इत्थे फिर तुसीं नाल इहदे जबर भी पाओगे जेर सॉरी ये जेर पैगी तुहाडे नाल देखो बब्बे नूं कन्ना लल्ला लल्ले नूं सिहारी जेर दे नाल अगे गैन बालिग ठीक है जी। मगरिब 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 किवें पावांगे जी मीम मीम छोटी रहेगी इत्थे आगे एन पैगी फिर ये मीम ये गैन गैन नूं सिहारी सिहारी का मतलब जेर मग आ रे है ये रे नूं सिहारी पैगी मम्मा गग्गा मीम गैन रे नूं सिहारी अगे की पावांगे बे दे नाल देखो रे दे नाल बे नूं जोड़ नहीं सकते इत्थे थले रे आ जाती है रे दे नाल जो अक्षर कोई जोड़दे आ जुड़दा नहीं हैगा तो आपां नूं अक्षर नूं सिंगल तौर पर पाना पैंदा है ये बे पै गया जी मगरिब बन गया ठीक है। आ गई स्क्रीन आ गई असं अगे लिखना चाहांगे आफत फिर असी लिखांगे फन फन मतलब मजाक इंजॉय फन फिर असी लिखांगे गालिब ये सारे उर्दू के वर्ड ने जी उर्दू के वर्डों को आप उस तरीके लिख के देख रहे हैं गा लिब फिर है सफर ठीक है जी। देखो आफत आफत देखो इत्थे आ है आदि नाल आ गई ऊपर मद
ठीक है जी, ਇਹਨੂੰ ਅਸੀਂ ਮਦ ਬੋਲਦੇ ਹਾਂ। ਅਲਫ ਮਦ ਆ, ਅੱਗੇ ਫਤ, ਫੇ, ਫੇ ਦੇ ਨਾਲ ਹੀ ਤੇ, ਇਹ ਫੇ ਪੈ ਗਿਆ, ਇਹ ਤੇ ਪੈ ਗਈ, ਆਫਤ। ਫਨ, ਫੇ, ਅੱਗੇ ਨੂਨ, ਫਨ। ਠੀਕ ਹੈ ਜੀ। ਗਾਲਿਬ, ਗਾਲਿਬ ਕੀ ਪਾਵਾਂਗੇ ਜੀ, ਗੈਨ, ਗੈਨ ਨੂੰ ਅਲਫ, ਗਾ, ਉਹ ਪਹਿਲੇ ਵੀ ਸ਼ਾਇਦ ਪਾਇਆ ਸੀਗਾ, ਗਾ, ਗਾਲਿਬ ਤਾਂ ਆਪਾਂ ਪਹਿਲਾਂ ਪਾ ਚੁੱਕੇ ਸ਼ਾਇਦ। ਇਹ ਵਰਡ ਹੈ ਗਾਫਿਲ ਹੈ, ਗਾਫਿਲ। गाफिल, गैनो अल्फ गा, ਅੱਗੇ ਅੱਗੇ ਆਪਾਂ ਇੱਥੇ ਫੇ ਪਾ ਕੇ ਨਾ ਜੀ, ਫੇ ਇੱਥੇ ਨਾਲ ਹੀ ਲਾਮ ਪਾ ਦਿੰਦੇ ਆ। ਇਹ ਫੇ ਪੈ ਗਿਆ, ਇਹ ਲਾਮ ਪੈ ਗਈ, ਇਹ ਇਹਨੂੰ ਆਪਾਂ ਸਿਹਾਰੀ ਲਗਾ ਦਾਂਗੇ ਇੱਥੇ, ਮਤਲਬ ਕਿ ਜੇਰ ਪਾ ਦਾਂਗੇ। ਗਾ, ਫੇ, ਫਿਰ ਨੂੰ ਸਿਹਾਰੀ, ਮਤਲਬ ਸਿਹਾਰੀ ਦਾ ਮਤਲਬ ਜੇਰ। ਇਹੀ ਨੁਕਤੇ ਨੇ ਜੀ ਜਿਹੜੇ ਤੁਹਾਨੂੰ ਬਾਰ-ਬਾਰ ਯੂਜ਼ ਹੁੰਦੇ ਨੇ, ਇਹ ਜੇਰ। ਅੱਛਾ, ਜਦੋਂ ਤੁਸੀਂ ਅਖਬਾਰ ਪੜ੍ਹਦੇ ਹੋ ਕਈ ਵਾਰੀ ਇਹ ਵਰਤੋਂ ਹੀ ਨਹੀਂ ਜਾਂਦੇ, ਲਿਖਦੀ ਨਹੀਂ, ਆਪ ਨੂੰ ਅੰਦਾਜ਼ੇ ਲਗਾਉਣਾ ਪੈਂਦਾ ਹੈ। ਜਦੋਂ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ, ਤੁਸੀਂ ਮੇਰੇ ਖਿਆਲ ਸਾਰਿਆਂ ਨੂੰ, ਤੁਹਾਨੂੰ ਜਿਹੜਾ ਹੈਗਾ ਨਾ ਹਿੰਦ ਸਮਾਚਾਰ ਨਿਊਜ਼ਪੇਪਰ ਲਗਾ ਲੈਣਾ ਚਾਹੀਦਾ ਹੈ। ਉਹਦੇ ਨਾਲ ਤੁਹਾਨੂੰ ਜਿਹੜੀਆਂ ਉੱਪਰਲੀਆਂ ਸੁਰਖੀਆਂ ਨੇ ਮੇਨ, ਜਦੋਂ ਤੁਸੀਂ ਪੰਜਾਬੀ ਦੇ ਅਖਬਾਰ ਪੜ੍ਹਦੇ ਹੋ ਤਾਂ ਤੁਹਾਨੂੰ ਮੇਨ ਸੁਰਖੀ ਦਾ ਪਤਾ ਲੱਗ ਜਾਂਦਾ ਕੀ ਹੈ, ਤੇ ਨਾਲ ਹੀ ਫਿਰ ਤੁਸੀਂ ਜਦੋਂ ਉਰਦੂ ਦਾ ਅਖਬਾਰ ਪੜ੍ਹੋਗੇ ਤੁਹਾਡੇ ਅੱਧੀ ਗੱਲ ਸਮਝ ਆ ਜਾਂਦੀ ਹੈ ਆਪਣੇ ਆਪ ਹੀ। ਗਾਫਿਲ, ਸਫਰ, सफर किमें लिखा जी, पहला सीन, सीन, ये फे, ये रे हैगी, देखो सीन, फे, रे, सफर। ये विचों खुला होंदा जी, बंद हो गया मेरे तो गलती नाल, ठीक है। देखो सीन ऐदा पावांगे इसनूं, सफर। ठीक है जी। ਅੱਗੇ ਅਸੀਂ ਲਿਖ ਕੇ ਦਿਖਾਂਗੇ ਕਲਮ, ਕਲਮ, ਕਲਮ ਤੋਂ ਬਾਅਦ ਲਿਖਾਂਗੇ ਜੀ ਆਕਿਲ, ਅਕਲ ਦੇ ਨਾਲ ਹੀ ਲਿਖਾਂਗੇ ਅਸੀਂ ਕਰੀਬ, ਕਰੀਬ ਦੇ ਨਾਲ ਅਸੀਂ ਲਿਖਾਂਗੇ ਫਕਤ, ਫੱਫਾ, ਕਾਕਾ, ਤੱਤਾ, ਫਕਤ, ਫਕਤ। देखो जी किमें लिखते हैं, कलम, काफ, लाम, इत्थे मीम बन गई, ये काफ बन गई, कौफ, ये लाम, ये मामा, मीम, कलम। आकिल, एन, एन, अगे पहले ही पाया से अपने, ये काफ, ये जेर, जेर मतलब सिहारी। आकिल, करीब, करीब के पावे जी काफ, काफ के नाल ही रे, देखो एक काफ पै गया, ये नाल ही रे पै गया, करीब। हुण तुहानूं मैक्सीमम जिहड़ी ए वाली ये है, इहनूं असीं ये कहांगे इत्थे, ये ये बन गई इत्थे, ये बड़ी मतलब कि बिहारी की आवाज आती है, करीब, ये वे पै गई। ठीक है जी, करीब। फकत असी लिखना सीगा, ये फे, ये नाल ही काफ, काफ के नाल ही ते, ये फे, ये दो इथों जो अद्धा तो वर्ड तुहानूं फिर जो जो तुसीं लिखोगे ना, अद्धे वर्ड तुहानूं नजर नहीं आएंगे। अब नुकते भी पता लगो भी की लिखा हुआ है। एक नुकता लिखा हुआ है फे है, दो नुकते लिखे हुए हैं काफ है। ठीक है जी, जिवें फे अगे काफ अगे ते, देखो ये फे है, ये काफ है, ये ते है, फकत।
ਅੱਗੇ ਅਸੀਂ ਲਿਖेंगे गुल, गुल। गुल तो अगे लिख के लिखांगे जी मत, फिर लिखांगे ਅਸੀਂ करो, गुल मत करो। गुल का मतलब जी गैन, ਹੁਣ ਗੈਨ ਨੂੰ ਔਂਕੜ ਪਾਇਆ, ਇਹ ਪਹਿਲਾਂ ਗੈਨ ਬਣਾਵਾਂਗੇ ਆਪਾਂ, ਗੈਨ ਨੂੰ ਫਿਰ ਆਪਾਂ ਪਾ ਲਾਂਗੇ ਪੇਸ਼, ਇਹ ਬਣ ਗਿਆ ਗੁਲ। ਮਤ ਮਤਲਬ ਮੀਮ ਦੇ ਨਾਲ ਹੀ ਤੇ, ਮਤ ਕਰੋ, ਕਰੋ ਦੇ ਨਾਲ ਕਾਫ ਕੇ, ਕਾਫ ਗਾਫ ਜਿਹਨੂੰ ਆਪਾਂ ਯੂਜ਼ ਕਰਦੇ ਹਾਂ, ਇੱਥੇ ਕਾਫ ਇਹ ਰੇ, ਅੱਗੇ ਪਾ ਦਾਂਗੇ ਭਾਬਾ, ਕਰੋ। ਫਿਰ ਆਪਾਂ ਲਿਖਾਂਗੇ ਦੁਬਾਰਾ ਜੀ ਗਾਲੀ, ਇਹਦਾ ਠੀਕ, गाली, बकना, गाली बकना मना है। देखो गाली का कितना बड़ा यूज किया वधिया, बकना, गाली बकना मना है। गाली ਨੂੰ ਕਿਵੇਂ ਲਿਖਾਂਗੇ ਜੀ गाफ, ਗੱਗੇ ਨੂੰ ਕਹਿੰਦਾ ਇਹ ਆ ਗਿਆ गाफ, गाफ ਨੂੰ ਲਾਮ, ਇਹ गाफ है जी ਇੰਨਾ ਕਿੱਧਰਲਾ ਇੱਧਰਲਾ, ਇਹ ਅਰਥ ਹੈ ਗਾ ਲੀ, ਲੀ ਦੇ ਨਾਲ ਤੇ ਹੁਣ ਅੱਗੇ ਛੋਟੀ ਜੇ ਪਏਗੀ, ਲੀ ਤੇ ਲਾਮ ਤੇ ਛੋਟੀ ਜੀ ਨੂੰ ਮੈਂ ਇਕੱਠਾ ਕਰਾਂਗਾ। ਦੇਖੋ ਇਹ ਲਾਮ ਪੈ ਗਈ, ਇਹ ਨਾਲ ਹੀ ਜੀ ਪੈ ਗਈ, ਛੋਟੀ ਜੇ ਪੈ ਗਈ, ਇਹ ਲਾਮ ਹੈ ਜੀ, थोड़ी लम्मी रखनी होंगी अपने ताकि पता लगे भी ये लाम पाई हुई है, लाम के छोटी जे पैगी, छोटी जे कादी आवाज देती है, सियारी की आवाज दे देती है, गाली, गाली, बकना, बे, बे दे नाल काफ, काफ दे नाल नून, अल्फ, देखो ब काफ बक, अगे नून, नून अल्फ, ब क न आ, बकना, मना। मीम पावांगे, मीम के नाल नून पैगी, नून के नाल फिर यह गैन पैगी, एन पैगी, मना, ठीक है जी। है देखो है बार बार यूज होएगा, बहुत ज़्यादा यूज होएगा तुहाडे कोले हा, तुसीं हा किवें पाना, हे ते है जी, हे पाना होवे तां होर तां हे पएगा, है पाना है तां इहदे नाल इत्थे जबर पै जाएगी, ठीक है जी। ये बन गया है। देखो जगे साइद बालिग है, साइद बालिग है, साइद सीन एन ये दाल, ये सीन पैगी जी, ये नाल ही एन पैगी, एन एन दे नाल ही ये पैगी, फिर नाल ही दाल पैगी। देखो सीन एन ये पैगी, थोड़ी दो बिंदियां पा के आ ली, सीन एन ये बड़ी जे है जी, ये दाल, सैयद बालिग, बालिग के में लिखांगे बेनो कंदा, अल्फ बा
ਲਿਖ। ਉਹੀ ਪਹਿਲਾਂ ਮੈਂ ਪਾਇਆ ਸੀ ਲੇਮ, ਲੇਮ ਦੇ ਨਾਲ ਹੀ ਐਨ, ਐਨ ਦੇ ਨਾਲ ਇਹ ਗੈਨ ਹੈ, ਇੱਥੇ ਆਪਾਂ ਜੇਰ ਪਾ ਦਾਂਗੇ ਤਾਂ ਕਿ ਇਹਨੂੰ ਸਿਆਰੀ ਪੈ ਜਾਵੇ। ਬਾਲਿਕ ਹੈ, ਪਰ ਜ਼ਬਰ ਪਾ ਦਾਂਗੇ ਜੀ, ਗਲਾਵਾਂ ਪਾਣੀਆਂ ਨੇ, ਗਲਾਵਾਂ ਦੀ ਜਗ੍ਹਾ ਤੇ ਅਸੀਂ ਜ਼ਬਰ ਪਾਉਂਦੇ ਹਾਂ। बालिग है, उसकी नजर कमजोर है, उसकी नजर कमजोर है। उस देखो जी, अल्फ पेश सीन, उस की जी ਜਿਹੜਾ ਹੈ ਪਾਇਆ ਉਹਦੇ ਬੜੀ ਇਹਦੇ ਥੱਲੇ ਕਿਹੜਾ ਨੁਕਤਾ ਪਾਉਂਦੇ ਤੁਸੀਂ? ਕਿਹੜਾ ਹੈ ਸ਼ਬਦ ਲਿਖੇ ਨਾ ਸਾਈ? ਹਾਂ ਇਹ ਉਲਟੀ ਪੇਸ਼ ਪੈਂਦੀ ਹੈ ਇੱਥੇ ਜਦੋਂ ਹਾ ਪਾਉਂਦੇ ਆ ਨਾ ਜੀ, ਇਹ ਉਲਟੀ ਪੇਸ਼ ਪੈਂਦੀ ਹੈ। ਇਹ ਥੋੜਾ ਜਿਹੜਾ ਹੈ ਵਰਡ ਹੈ, ਇਹ ਤਾਂ ਤੁਹਾਨੂੰ ਹਮੇਸ਼ਾ ਯੂਜ਼ ਹੁੰਦਾ ਹੈ, ਹਰ ਇੱਕ ਲਾਈਨ ਦੇ ਵਿੱਚ ਇੱਕ ਦੇ ਐਂਡ ਤੇ ਲਗਭਗ ਹੈ ਆਂਦਾ ਹੀ ਆਂਦਾ ਹੈ। ਜਦੋਂ ਵੀ ਆਪਾਂ ਕੋਈ ਅਖਬਾਰ ਪੜ੍ਹਦੇ ਹਾਂ ਕਿਤੇ ਵੀ ਕੋਈ ਉੱਪਰ ਦਾ ਪੇਜ ਦੇਖੋ ਏਦਾਂ ਪੇਜ ਪੈਂਦਾ ਹੈ, ਠੀਕ ਹੈ। ਇਹ ਜਿਹੜਾ ਹੈ ਦੇ ਥੱਲੇ ਪੈਂਦਾ ਇਹ ਐਂ ਪੈਂਦਾ ਏਦਾਂ, ਹਾਂ ਉਲਟਾ ਪੇਜ ਕਹ ਲਈਏ ਇਸਨੂੰ ਆਪਾਂ, ਹੈ ਦੀ ਨਿਸ਼ਾਨੀ ਹੈ। ਅੱਗੇ ਉਸ ਕੀ, ਦੇਖੋ ਇੱਥੇ ਕੀ ਹੈ, ਹੁਣ ਕਾਫ ਦੇ ਨਾਲ ਮੈਂ ਇਹ ਪਾਣੀ ਹੈ ਛੋਟੀ ਜੇ, ਕਾਫ ਦੇ ਨਾਲ ਛੋਟੀ ਜੇ, ਇਹ ਬਹੁਤ ਯੂਜ਼ ਹੁੰਦੀ ਹੈ, ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ। ਇਹ ਕਾਫ ਹੈ, ਇਹ ਛੋਟੀ ਜੇ ਪੈ ਗਈ ਨਾਲ ਇਹਦੇ, ਆਹ ਲਈ ਛੋਟੀ ਜਿਹੀ ਪੈ ਗਈ, ਠੀਕ ਹੈ ਜੀ। ਛੋਟੀ ਜਿਹੀ ਦਾ ਮਤਲਬ ਬਿਹਾਰੀ ਦੀ ਆਵਾਜ਼। ਕਾਫ ਜਿਵੇਂ ਕਿ ਦੁਬਾਰਾ ਦੇਖੋ ਐ ਜੇ ਪੈਂਦੀ ਏਦਾਂ, ਕਾਫ ਛੋਟੀ ਜੇ ਮਤਲਬ ਕੀ, ਛੋਟੀ ਜਿਹੀ ਦਾ ਮਤਲਬ ਬਿਹਾਰੀ ਦੀ ਆਵਾਜ਼। ਕੀ ਨਜ਼ਰ, ਨੂਨ ਜੋਏ ਰੇ, ਇੱਥੇ ਨੂਨ ਪਾਵਾਂਗੇ, ਨੂਨ ਦੇ ਨਾਲ ਹੀ ਜੋਏ ਪਾਵਾਂਗੇ, ਇੱਥੇ ਨਾਲ ਹੀ ਰੇ ਪਾ ਦਾਂਗੇ। ਦੇਖੋ ਇਹ ਨੰਨੇ ਦਾ ਨੁਕਤਾ, ਇਹ ਜ਼ੋਏ ਦਾ ਨੁਕਤਾ, ਇਹ ਰੇ ਪੈ ਗਈ। ਨਜ਼ਰ ਕਮਜ਼ੋਰ, ਕਮਜ਼ੋਰ ਕਿਵੇਂ ਪਾਵਾਂਗੇ ਦੇਖੋ, ਕਾਫ ਦੇ ਨਾਲ ਮੀਮ ਪਾਵਾਂਗੇ, ਕਮ, ਇਹ ਪਾਦਾ ਕਾਫ, ਕਾਫ ਦੇ ਨਾਲ ਹੀ ਮੀਮ ਪੈ ਗਈ, ਇਹ ਕਾਫ ਬਣ ਗਿਆ ਕਮ। ਜ਼ੋਰ, ਜ਼ੋਰ ਦੇਖੋ ਆਪਾਂ ਜੋ ਜੱਜੇ ਨਾਲ ਨਹੀਂ ਬੋਲ ਰਹੇ, ਜ਼ੋਰ ਬੋਲ ਰਹੇ, ਜ਼ੋਰ ਕਮਜ਼ੋਰ, ਮਤਲਬ ਇੱਥੇ ਅਸੀਂ ਜ਼ੋਏ ਯੂਜ਼ ਕਰਾਂਗੇ, ਇਹਦੇ ਨਾਲ ਹੀ ਰੇ ਪਾ ਦਾਂਗੇ, ਕਮ ਕਮਜ਼ੋਰ, ਇੱਥੇ ਵੌ ਪੈ ਗਿਆ, ਮਤਲਬ ਹੋੜੇ ਦੀ ਆਵਾਜ਼ ਆ ਗਈ, ਠੀਕ ਹੈ ਜੀ। ਹੋੜੇ ਦੀ ਆਵਾਜ਼, ਕਮਜ਼ੋਰ ਹੈ, ਫਿਰ ਉਹੀ ਹੈ ਤਾਂ ਤੁਸੀਂ ਐ ਸੁੱਖਾ ਪਾਉਣਾ ਸ਼ੁਰੂ ਬਾਰ-ਬਾਰ ਪਾਓ, ਇਹ ਬਾਰ-ਬਾਰ ਜਗ੍ਹਾ ਯੂਜ਼ ਹੁੰਦਾ ਹੈਗਾ, ਠੀਕ ਹੈ ਜੀ। ਜਿਹੜਾ ਉਰਦੂ ਦਾ ਜਿਹੜਾ ਆਪਣਾ ਅੱਜ ਦਾ ਲੈਕਚਰ ਹੈ ਇੱਥੇ ਹੀ ਖਤਮ ਹੁੰਦਾ ਹੈ। ਅੱਜ ਟਾਈਮ ਕਾਫੀ ਜ਼ਿਆਦਾ ਹੋ ਗਿਆ, ਤੁਸੀਂ ਆਫਿਸ ਵੀ ਜਾਣਾ ਹੋਏਗਾ, ਠੀਕ ਹੈ ਜੀ। ਕਲਾਸਾਂ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦਾ ਹੈ। ਸਰ ਕੁਐਸਚਨ ਤਾਂ ਕੋਈ ਨਹੀਂ, ਇੱਕ ਮੇਰੇ ਰਿਕੁਐਸਟ ਸੀ ਕਿ ਜਿੱਦਾਂ ਉਹਨਾਂ ਨੇ ਸਾਨੂੰ ਬਾਈਬਲ ਵੀ ਜਿਹੜਾ ਜਵਾਨੀ ਲੈਣਾ ਆ ਤੇ ਉੱਤੇ ਜਿਹੜਾ ਅਸੀਂ ਪੜ੍ਹਨਾ ਹੈ, ਪੜ੍ਹਨੇ ਦਾ ਸਾਡਾ ਜ਼ਿਆਦਾ ਹੈ ਲਿਖਣ ਨਾਲੋਂ। ਦੇਖੋ ਜੇ ਤੁਹਾਨੂੰ ਲਿਖਣਾ ਆਊਗਾ, ਜੇ ਪਹਿਲਾਂ ਲਿਖਣਾ ਸਿੱਖੋਗੇ ਤਾਂ ਹੀ ਪੜ੍ਹਨਾ ਸਿੱਖੋਗੇ। ਜੇ ਆਪਾਂ ਨੂੰ ਲਿਖਣ ਦੇ ਪਤਾ ਲੱਗੂ ਵੀ ਕਿਹੜਾ ਅਕਸ਼ਰ ਕਿੱਥੇ ਯੂਜ਼ ਹੁੰਦਾ, ਕਿਹੜੀ ਮੱਧ ਕਿਹੜੀ ਜਿਹੜੀ ਹੈਗੀ ਹੈ ਲਗਾ ਮਾਤਰਾ ਕਿਹੜੀ ਕਿੱਥੇ ਯੂਜ਼ ਕਰਦੇ ਆ, ਤਾਂ ਹੀ ਅਸੀਂ ਪੜ੍ਹ ਪਾਵਾਂਗੇ। ਜੇ ਸਾਨੂੰ ਲਿਖਣ ਹੀ ਨਹੀਂ ਪਤਾ ਹੋਊਗਾ ਤਾਂ ਅਸੀਂ ਪੜ੍ਹ ਵੀ ਨਹੀਂ ਸਕਾਂਗੇ, ਠੀਕ ਹੈ ਨਾ। ਜਿਵੇਂ ਹੁਣ ਮੈਂ ਤੁਹਾਨੂੰ ਲਿਖਾ ਕੇ ਦਿਖਾਉਣਾ ਵੀ ਜੇਰ ਪਾਉਂਦੇ ਹਾਂ, ਜਿੱਥੇ ਸਿਆਰੀ ਪੈਂਦੀ ਆਪਾਂ ਨੂੰ ਜੇਰ ਪਾਣੀ ਪੈਂਦੀ ਹੈ, ਹਾਂਜੀ। ਕਿੱਥੇ ਅਸੀਂ ਜ਼ਬਰ ਯੂਜ਼ ਕਰਦੇ ਹਾਂ, ਦਲਾਵਾਂ 'ਚ ਅਸੀਂ ਜ਼ਬਰ ਯੂਜ਼ ਕਰਦੇ ਹਾਂ, ਠੀਕ ਹੈ। ਤੇ ਇਹ ਕਿਵੇਂ ਪੈਂਦੀ ਹੈ, ਦੋ ਬਿੰਦੀਆਂ ਜਿੱਥੇ ਤੁਹਾਨੂੰ ਨਜ਼ਰ ਆਉਂਦੀਆਂ ਨੇ, ਜੇ ਹੁਣ ਅਸੀਂ ਪਾ ਕੇ ਦੇਖਾਂਗੇ ਤਾਂ ਸਾਨੂੰ ਪਤਾ ਲੱਗੂ ਦੋ ਬਿੰਦੀਆਂ ਦਾ ਮਤਲਬ ਕੀ ਹੈ। ਥੱਲੇ ਦੋ ਬਿੰਦੀਆਂ ਉੱਪਰ ਪਾਉਂਦੇ ਹਾਂ ਕਾਫ ਹੁੰਦੀ ਹੈ, ਸਿੰਗਲ ਬਿੰਦੀ ਉੱਪਰ ਪੈਂਦੀ ਹੈ ਤਾਂ ਫੇ ਹੁੰਦੀ ਹੈ, ਥੱਲੇ ਦੋ ਬਿੰਦੀਆਂ ਪੈਂਦੀਆਂ ਨੇ ਜੇ ਹੁੰਦੀ ਹੈ, ਠੀਕ ਹੈ ਜੀ। ਇਸ ਕਰਕੇ ਜਦੋਂ ਅਸੀਂ ਲਿਖਾਂਗੇ ਪਹਿਲਾਂ ਅਸੀਂ ਸਾਡੇ ਥੋੜੇ ਜਿਹੇ ਇਹ ਲੈਕਚਰ ਨੇ 8-10 ਹੋਰ ਹੋਣਗੇ ਮੇਰੇ ਖਿਆਲ ਹੈ। ਜਦੋਂ ਤੁਸੀਂ ਇਹ ਸਾਰੇ ਸਿੱਖ ਜਾਓਗੇ ਫਿਰ ਤੁਸੀਂ ਪੜ੍ਹਨਾ ਸਿੱਖੋਗੇ ਨਾਲ। ਮੈਂ ਤਾਂ ਹੀ ਤੁਸੀਂ ਕਹਿ ਤੁਹਾਨੂੰ ਵੀ ਤੁਸੀਂ ਨਾਲ ਆਪਣਾ ਜਿਹੜਾ ਹੈਗਾ ਆਪਣਾ ਨਿਊਜ਼ਪੇਪਰ ਉਰਦੂ ਦਾ ਹਿੰਦ ਸਮਾਚਾਰ ਉਹ ਨਾਲ ਪੜ੍ਹਨਾ ਸ਼ੁਰੂ ਕਰੋ। ਇਹ ਲਿਖੋਗੇ ਵੀ ਫਿਰ ਤੁਸੀਂ
ਜਦੋਂ ਪੜੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਕਿਹੜਾ ਵਰਡ ਕਿਵੇਂ ਯੂਜ਼ ਹੋ ਰਿਹਾ ਹੈ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।